ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੀ ਧਰਤੀ ਮਕੰਡੂ ਸਾਹਿਬ ਜੀ, ਜਿੱਥੇ ਵਸਦੇ ਗੋਬਿੰਦ ਜੀ ਪਿਆਰੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਦਾਸ ਅੱਜ ਇਲਾਹੀ ਦਰਬਾਰ ਗੁਰਦੁਆਰਾ ਸਾਹਿਬ ਮਕੰਡੂ ਦੇ ਬਾਰੇ ਦੱਸਣ ਜਾ ਰਿਹਾ ਹੈ, क्योंकि 10वें पातशाह साहिब कमाल साहिब श्री गुरु गोबिंद सिंह जी महाराज कलगीधर दशमेश पिता, जिन्हों ने मकंडू के स्थान से एक गवालो नाम के सेवादार साक्षात दर्शन दे के निहाल किया ते मकंडू की धरती में भाग लाए ने। उस इतिहास बारे दास कुछ जानकारी साझी करने जा रहा है, आप जी रूबरू करने जा रहा है। सो आप सुरत संगतां जितने भी सुन रहे हो, अपने सिर को कवर करके कवर योर हेड एंड रिमूव योर शू, क्योंकि कोई कुर्बानी कोई ये सरवण करिए तो वह फल प्राप्त होता है। अपने जो भी जोड़ा चप्पल वगैरह कोई बूट व शू वगैरह पाए ने उन्होंने उतार के ते अपने सिर को प्लीज कवर करके ये इलाही इतिहास जानने की कृपालता करो जी, ताकि आपको कुछ इसका सुन के लाभ प्राप्त हो और एंड तक सुन के ये अगे आप दूसरा भी इतिहास शेयर करना, ताकि मकंडू दरबार बारे सारी दुनिया को पता लग जाए कि कितनी रहमत साहिब कमाल जी दियां वरसदियां ने उस दरबार के उत्ते। आओ सरवण करो जी। जंगल बियाबान चारों तरफ जंगली जानवर, चीते, शेर, बघियाल, हाथी, जैबरे, बिच्छू, सप, ठूहे, जंगली जानवरों का शोर, सैकड़े कोहा दूर दूर तक, सुन्नम सनिया राहां, ते नरोबी तो मुवासा रोड ते स्थित कोर जंगल दे विच ये पावन पवित्र स्थान है गुरुद्वारा साहिब मकंडू, जिस थां ते मेरे साहिबे कमाल साहिब श्री गुरु गोबिंद सिंह जी महाराज कलगीधर दशमेश पिता जी ने अपने पावन पवित्र चरण छहा के इस धरती को रंग भाग लगाए। ते अज आप देख रहे हो इस धरती के उत्ते दुनिया के लोग कि कनेडा, अमेरिका, यूके, इटली, फ्रांस, जर्मनी, होर इंडिया, कोई भी देश ऐसा नहीं है जिहड़े देश के लोग इत्थे नतमस्तक होके रहमत नहीं लेंदे। ये कल्ले सिखां दा ही स्थान नहीं है, बहुत वड्डा ये धर्म स्थान बन चुका है इस वेले, जो कि चारे वर्ण मैं इन्हां अखियां दे नाल देखदा रोजाना, एवरीडे डेली देखदा मैं कि इत्थे अंग्रेज लोग भी आ रहे हैं, मुसलमान लोग भी आ रहे हैं, ईसाई लोग भी आ रहे हैं, ते सिखां दा ते दरबार है, सिखां ने आउणा ही आउणा। बड़ियां श्रद्धा भावना दे नाल मनता रखते हैं लोग। अज ते संचार साधना के कारण होर भी सौखा हो गया, दुनिया के दूर दराडे देशों के बैठे लोग
ਫੋਨ ਕਰਕੇ ਬੇਨਤੀ ਕਰ ਦਿੰਦੇ ਨੇ ਗੁਰੂ ਘਰ ਦੇ ਵਿੱਚ ਪ੍ਰਬੰਧਕਾਂ ਨੂੰ, ਮੈਨੇਜਰ ਨੂੰ ਜਾਂ ਗਿਆਨੀ ਸਾਹਿਬਾਨ ਨੂੰ ਕਿ ਭਾਈ ਸਾਹਿਬ ਸਾਡੇ ਲਈ ਇਹ ਅਰਦਾਸ ਕੀਤੀ ਜਾਵੇ ਸ਼ਰਧਾ ਭਾਵਨਾ ਲੋਕਾਂ ਦੇ ਵਿੱਚ। ਤੇ ਮੈਂ ਦਾਅਵੇ ਨਾਲ ਕਹਿੰਦਾ 101% ਹਰ ਇੱਕ ਇਨਸਾਨ ਦੀ ਅਰਦਾਸ ਪੂਰੀ ਹੁੰਦੀ ਹੈ ਇੱਥੇ। ਮੈਂ ਖੁਦ ਵੀ ਅਰਦਾਸ ਕਰਦਾ ਸਰਬੱਤ ਦੇ ਭਲੇ ਦੀ ਸੰਗਤਾਂ ਦੀਆਂ ਕਿ ਇਲਾਹੀ ਦਰਬਾਰ ਤੇ 24 ਆਵਰ 8 ਪਹਿਰ ਜਿਹਨੂੰ 24 ਘੰਟੇ ਕਹਿੰਦੇ ਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਾਸ ਹੈ। ਬੜਾ ਰਮਣੀਕ ਅਸਥਾਨ ਹੈ ਜੀ, ਪਾਵਨ ਪਵਿੱਤਰ। ਆਲੀਸ਼ਾਨ ਦਿੱਖ ਹੈ ਜੀ, ਦੇਖਣ ਨੂੰ ਬਹੁਤ ਸੁੰਦਰ ਲੱਗ ਰਿਹਾ। ਤੇ ਜਦੋਂ ਇੱਥੇ ਕੋਈ ਆ ਕੇ ਇਸ ਧਰਤੀ ਤੇ ਪੈਰ ਰੱਖਦਾ ਹੈ ਤੇ ਵਾਰੇ ਨਿਆਰੇ ਹੋ ਜਾਂਦੇ ਨੇ। ਮੈਨੂੰ ਪੁੱਛ ਕੇ ਦੇਖੋ, ਮੈਂ ਇੱਕ ਹਫ਼ਤੇ ਦੇ ਲਈ ਇਸ ਸਥਾਨ ਦੇ ਦਰਸ਼ਨ ਕਰਨ ਆਇਆ ਸਾਂ ਤੇ ਇੱਥੇ ਦਾ ਹੋ ਕੇ ਰਹਿ ਗਿਆ। ਸੋ ਆਓ ਕੁਝ ਇਤਿਹਾਸਕ ਗੱਲਾਂ ਦਾ ਜ਼ਿਕਰ ਸ਼ੁਰੂ ਕਰਾਂ ਕਿ ਪੁਰਾਣੇ ਸਮਿਆਂ ਦੇ ਵਿੱਚ 19ਵੀਂ ਸਦੀ ਦੇ ਅਖੀਰ ਦੀ ਗੱਲ ਦੱਸ ਰਹੇ ਹੈ ਕਿ 1890 ਦੇ ਕਰੀਬ ਇੱਥੇ ਅੰਗਰੇਜ਼ਾਂ ਦੀ ਗੌਰਮੈਂਟ ਹੁੰਦੀ ਸੀ ਅਫਰੀਕਾ ਦੇ ਵਿੱਚ, ਕੀਨੀਆ ਦੇ ਵਿੱਚ। ਤੇ ਅੰਗਰੇਜ਼ਾਂ ਨੇ ਨਰੋਬੀ ਤੋਂ ਮਵਾਸਾ ਤੱਕ ਰੇਲਵੇ ਲਾਈਨ ਬਣਾਉਣ ਦਾ ਮਨ ਬਣਾਇਆ। ਉਸ ਦੇ ਲਈ ਅਫਰੀਕਾ ਦੇ ਕਾਰੀਗਰ ਬਹੁਤੇ ਵਧੀਆ ਨਹੀਂ ਸਨ ਤੇ ਗੋਰਿਆਂ ਨੇ ਇੰਡੀਆ ਤੋਂ, ਆਪਣੇ ਹਿੰਦੁਸਤਾਨ ਤੋਂ, ਪੰਜਾਬ ਤੋਂ ਮਿਸਤਰੀ ਅਤੇ ਲੇਬਰ ਬੁਲਾਈ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਮਿਸਤਰੀ ਸਿੱਖ ਸਾਡੇ ਵੀਰ ਲੇਬਰ ਦੇ ਵਿੱਚ ਵੀ ਇੰਡੀਆ ਤੋਂ ਰੇਲਵੇ ਲਾਈਨ ਬਣਾਉਣ ਦੇ ਵਾਸਤੇ ਇਸ ਸਥਾਨ ਤੇ ਪਹੁੰਚੇ। ਜੰਗਲ ਬਿਆਬਾਨ ਸੀ, ਉਹਨਾਂ ਵੇਲਿਆਂ ਦੇ ਵਿੱਚ ਕਈ ਲੋਕ ਸ਼ੇਰਾਂ ਦੀ ਭੇਟ ਵੀ ਚੜ੍ਹੇ। ਸ਼ੇਰਾਂ ਦਾ ਖਾਣਾ ਬਣੇ, ਭਾਵ ਸ਼ੇਰਾਂ ਨੇ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਲੇਕਿਨ ਗੁਰੂ ਦੇ ਸਿੰਘ ਕਿੱਥੇ ਡੋਲਦੇ ਹੈ, ਜਿੱਥੇ ਡਿਊਟੀ ਲੱਗੀ ਲੱਗ ਗਈ। ਇਸੇ ਤਰ੍ਹਾਂ ਵਿਚਰਦਿਆਂ ਕੁਝ ਸਮਾਂ ਬੀਤਿਆ ਤੇ ਸਿੱਖਾਂ ਦੇ ਮਨ 'ਚ ਆਈ ਸਲਾਹ ਕੀਤੀ ਵੀ ਅਸੀਂ ਇੱਥੇ ਸਾਰਾ ਕੁਝ ਕਰ ਰਹੇ ਹਾਂ, ਲੇਕਿਨ ਸਾਡਾ ਗੁਰੂ ਸਥਾਨ ਹੋਣਾ ਚਾਹੀਦਾ, ਇੱਥੇ ਗੁਰਦੁਆਰਾ ਹੋਣਾ ਚਾਹੀਦਾ। ਸਲਾਹ ਕੀਤੀ ਤੇ ਸਾਰਿਆਂ ਨੇ ਮਿਲ ਕੇ ਹਿੰਦੁਸਤਾਨ ਤੋਂ, ਪੰਜਾਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਲਿਆ ਕੇ ਕਮਰਾ ਬਣਾ ਕੇ ਉਹਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਪ੍ਰਕਾਸ਼ ਕਰਦੇ, ਨਿਤਨੇਮ ਕਰਦੇ, ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੇ। ਸ਼ਾਮ ਨੂੰ ਆ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਤੇ ਸੁੱਖ ਆਸਣ ਦੀ ਸੇਵਾ ਕਰਕੇ ਆਰਾਮ ਕਰਦੇ। ਇਸੇ ਤਰ੍ਹਾਂ ਕਹਿੰਦੇ ਨੇ ਉਹ ਰੇਲਵੇ ਲਾਈਨ ਦਾ ਕੰਮ ਕਰਦੇ ਕਰਦੇ ਇੱਥੋਂ ਦੂਰ ਹੁੰਦਾ ਗਿਆ, ਦੂਰ ਜਾਂਦੇ ਰਹੇ, ਦੂਰ ਜਾਣਾ ਪੈਂਦਾ ਸੀ ਤੇ ਕਈ ਵਾਰੀ ਸਾਰਿਆਂ ਨੇ ਨਾ ਵਾਪਸ ਮੁੜਨਾ। ਪਿੱਛੋਂ ਦੇਖ ਰੇਖ ਲਈ ਇੱਕ ਗਵਾਲੋ ਨਾਮ ਦਾ ਕਾਲਾ ਸਿਕਿਉਰਿਟੀ ਗਾਰਡ ਕਹਿ ਲਓ, ਸੇਵਾਦਾਰ ਕਹਿ ਲਓ, ਇੱਕ ਉਹਨਾਂ ਰੱਖਿਆ ਜੋ ਉਹਨਾਂ ਦੇ ਕੰਮ ਤੇ ਜਾਣ ਪਿੱਛੋਂ ਦੇਖਭਾਲ ਕਰ ਰਿਹਾ ਸੀ ਮਹਾਰਾਜ ਦੇ ਕਮਰੇ ਦੀ। ਇੱਦਾਂ ਕੰਮ ਦੂਰ ਹੁੰਦਾ ਗਿਆ ਤੇ ਮੁੜਨਾ ਔਖਾ ਹੁੰਦਾ ਗਿਆ। ਇੱਕ ਦਿਨ ਐਸਾ ਬਹਾਨਾ ਵਰਤਿਆ ਕਿ ਉਹ ਸਿੰਘ ਕੰਮਕਾਰ ਦੇ ਵਿੱਚ
ਰੇਲਵੇ ਲਾਈਨ ਦਾ ਕੰਮ ਬਹੁਤ ਭਾਰਾ ਔਖਾ ਹੁੰਦਾ ਹੈ, ਲੋਹੇ ਦਾ ਕੰਮ। ਥੱਕੇ ਟੁੱਟੇ ਖਾਣਾ ਪਾਣੀ ਖਾਧਾ ਤੇ ਉੱਥੇ ਹੀ ਲੇਟ ਗਏ, ਨੀਂਦ ਆ ਗਈ। ਜਦੋਂ ਅੱਧੀ ਰਾਤ ਕਿਸੇ ਗੁਰੂ ਪਿਆਰੀ ਦੀ ਅੱਖ ਖੁੱਲੀ, ਸਾਰਿਆਂ ਨੂੰ ਝਿੜਕਿਆ, ਕੋਈ ਭਾਈ ਅਸੀਂ ਤੇ ਅੱਜ ਗੁਰੂ ਸਾਹਿਬ ਜੀ ਦਾ ਸੁੱਖ ਆਸਣ ਨਹੀਂ ਕੀਤਾ, ਚਲੋ। ਸਾਰੇ ਉੱਠ ਕੇ ਮੁਕਿੰਦੋ ਵੱਲ ਦੌੜ ਪਏ। ਜਦੋਂ ਮੁਕਿੰਦੋ ਗੁਰੂ ਮਹਾਰਾਜ ਦੇ ਅਸਥਾਨਾਂ ਕੋਲ ਪਹੁੰਚੇ ਤੇ ਉਹ ਗਵਾਲੂ ਨਾਮ ਦਾ ਜਿਹੜਾ ਸ਼ਿਕਾਰੀ, ਕਹਿੰਦੇ ਇੱਥੇ ਸਿਕਿਉਰਿਟੀ ਗਾਰਡ ਨੂੰ, ਸੇਵਾਦਾਰ ਰੱਖਿਆ ਸੀ, ਉਹ ਪੁੱਛਦਾ ਹੈਰਾਨ ਹੋ ਕੇ ਕਿ ਭਾਈ ਤੁਸੀਂ ਇਤਨੀ ਰਾਤ ਗਏ, ਅੱਧੀ ਰਾਤ ਗਏ, ਕਿਉਂ ਤੁਰੇ ਫਿਰਦੇ ਹੋ, ਕਿੱਥੋਂ ਆਏ ਹੋ, ਕਿਉਂ ਆਏ ਹੋ? ਤੇ ਫਿਰ ਉਹਨਾਂ ਪੁੱਛਿਆ ਔਰ ਦੱਸਿਆ ਉਹਨੂੰ ਕਿ ਅੱਜ ਅਸੀਂ ਗੁਰੂ ਮਹਾਰਾਜ ਜੀ ਦੇ ਸੁੱਖ ਹਾਸਲ ਕਰਨੇ ਭੁੱਲ ਗਏ ਤੇ ਇਸ ਕਰਕੇ ਆਏ। ਤੇ ਅੱਗੋਂ ਬੜੇ ਮਜ਼ਾਕੀ ਵੀ ਖੁਸ਼ੀ ਲਹਿਜੇ ਦੇ ਵਿੱਚ ਗਵਾਲੋ ਬੋਲ ਰਿਹਾ ਹੈ ਵੀ ਤੁਸੀਂ ਤਾਂ ਲੇਟ ਹੋ ਗਏ, ਗੁਰੂ ਮਹਾਰਾਜ ਜੀ ਦੇ ਸੁੱਖ ਆਸਣ ਤੇ ਬਾਬਾ ਜੀ ਇੱਕ ਆਏ ਸਨ, ਉਹ ਕਰ ਗਏ। ਸਾਰੇ ਹੈਰਾਨ ਗਵਾਲੋ ਵੱਲ ਦੇਖ ਕੇ ਹੈ, ਇੱਕ ਦੂਜੇ ਨੂੰ ਪੁੱਛ ਰਹੇ ਹੈ, ਕਿਉਂ ਬਈ ਕੌਣ ਆਇਆ, ਤੂੰ ਤੇ ਨਹੀਂ ਆਇਆ, ਕਿਹੜਾ ਆਇਆ ਹੋਇਆ? ਤੇ ਫਿਰ ਪੁੱਛਿਆ ਵੀ ਕਿੱਦਾਂ ਦੇ ਬਾਬਾ ਜੀ ਸਨ ਜਿਹੜੇ ਆਏ? ਤੇ ਗਵਾਲੂ ਆਖਣ ਲੱਗਾ ਵੀ ਉਹ ਤੇ ਘੋੜੇ ਦੇ ਉੱਤੇ ਆਏ ਸਨ, ਬੜੇ ਇਲਾਹੀ ਠਾਠਵਾਰ ਸਨ, ਚਿਹਰੇ ਦੇ ਉੱਤੇ ਇਤਨਾ ਪ੍ਰਕਾਸ਼ ਕਿ ਮੈਥੋਂ ਦੇਖਿਆ ਨਹੀਂ ਸੀ ਜਾ ਰਿਹਾ। ਸੀਸ ਦੇ ਉੱਤੇ ਦਸਤਾਰਾ ਤੇ ਵੱਡਾ ਸਾਰਾ ਕਿਸ਼ੂ ਪਹਿਨਿਆ ਹੋਇਆ ਸੀ। ਕਿਸ਼ੂ ਕਹਿੰਦੇ ਨੇ ਕਿਰਪਾਨ ਨੂੰ, ਸ੍ਰੀ ਸਾਹਿਬ ਵੱਡੀ ਜਿਹੜੀ ਪੈ, ਇੱਥੇ ਅਫਰੀਕੀ ਲੋਕ ਕਿਸ਼ੂ ਕਹਿੰਦੇ ਆ। ਤੇ ਵੱਡਾ ਸਾਰਾ ਕਿਸ਼ੂ ਪਹਿਨਿਆ ਸੀ ਤੇ ਉਹ ਸੇਵਾ ਕਰਕੇ ਵਾਪਸ ਚਲੇ ਗਏ। ਸੋਚਿਆ ਸਾਰਿਆਂ ਨੇ, ਦਿਮਾਗ 'ਚ ਨਾ ਇਹ ਚੀਜ਼ ਖੇਡ ਰਹੀ ਹੈ। ਉਸ ਵੇਲੇ ਸੋਚਿਆ ਚਲੋ ਹੋਣਾ ਹੈ, ਸੇਵਾ ਹੋ ਗਈ, ਮਹਾਰਾਜ ਜੀ ਆਰਾਮ ਕਰਨ ਲੱਗੇ। ਇਸੇ ਤਰ੍ਹਾਂ ਕੰਮ ਤੇ ਆਉਣ ਜਾਣਾ ਸ਼ੁਰੂ ਹੋ ਗਿਆ। ਤੇ ਇੱਕ ਦਿਨ ਐਸਾ ਆਇਆ ਕਿ ਕੰਮ ਉਹਨਾਂ ਦਾ ਬਹੁਤ ਦੂਰ ਚਲਾ ਗਿਆ ਤੇ ਪਿੱਛੇ ਮੁੜਨਾ ਔਖਾ ਹੋ ਗਿਆ। ਗੁਰੂ ਮਹਾਰਾਜ ਜੀ ਗਵਾਲੂ ਦੇ ਆਸਰੇ ਰਹਿ ਗਏ। ਇਸ ਰੂਪ ਅੱਜ ਵੀ ਜੋ ਆਪ ਲੋਕ ਦਰਸ਼ਨ ਕਰਦੇ ਹੋ ਮੁਕਿੰਦੋ ਸਾਹਿਬ, ਮਾਤਾ ਗੁਜਰ ਕੌਰ ਜੀ ਦਰਬਾਰ ਦੇ ਪਿਛਲੇ ਪਾਸੇ ਸੱਚਖੰਡ ਦੇ ਵਿੱਚ, ਇਹ ਉਹੀ ਸਰੂਪ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਸੇਵਾ ਕੀਤੀ ਸੀ, ਸੁੱਖ ਹਾਸਲ ਕੀਤੇ ਸਨ। ਔਰ ਜਦੋਂ ਉਹ ਸਿੱਖ ਲੋਕ ਨਾ ਵਾਪਸ ਆਏ ਤੇ ਪਿੱਛੋਂ ਕਾਫੀ ਔਕੜਾਂ ਆਈਆਂ। ਫਿਰ ਕਿਸੇ ਪਾਸਿਓਂ ਸੰਗਤਾਂ ਨੂੰ ਪਤਾ ਲੱਗਾ ਤੇ ਗੁਰੂ ਮਹਾਰਾਜ ਜੀ ਦੇ ਚਰਨ ਪਾਉਣ ਦੀਆਂ ਗੱਲਾਂ ਸਾਰਿਆਂ ਨੂੰ ਪਤਾ ਲੱਗੀਆਂ ਤੇ ਦਿਨੋਂ ਦਿਨ ਮੁਕਿੰਦੋ ਗੁਰੂ ਦਰਬਾਰ ਦੀ ਜਿਹੜੀ ਸ਼ਾਨੋ ਸ਼ੌਕਤ ਵਧਣੀ ਸ਼ੁਰੂ ਹੋ ਗਈ। ਤੇ ਅੱਜ ਆਪ ਦੇਖ ਰਹੇ ਹੋ
ਲਹਿਰਾਂ ਵਹਿਰਾਂ ਹੁੰਦੀਆਂ ਨੇ 24 ਘੰਟੇ ਗੁਰੂ ਘਰ ਲੰਗਰ ਚੱਲਦਾ ਹੈ ਸਭਨਾਂ ਦੇ ਵਾਸਤੇ, ਸਭੇ ਸਾਂਝੀਵਾਲ ਸਦਾਏ। ਇਹ ਜਿਹੜਾ ਲੰਗਰ ਅੱਜ ਵੀ ਚੱਲ ਰਿਹਾ ਕਰੋਨਾ ਕਰਕੇ, ਇਹੀ ਲੰਗਰ ਜਿਹੜਾ ਮਕਿੰਡੋ ਦੇ ਵਿੱਚ 24 ਘੰਟੇ ਸਭਨਾਂ ਦੇ ਵਾਸਤੇ ਸਾਰੀ ਦੁਨੀਆ ਦੇ ਲੋਕ ਆ ਕੇ ਛਕਦੇ ਨੇ ਤੇ ਨਮਸਕਾਰ ਕਰਕੇ ਸਤਿਗੁਰਾਂ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ। ਸੋ ਗੁਰੂ ਪਿਆਰਿਓ, ਬੜਾ ਰਮਣੀਕ ਪਾਵਨ ਪਵਿੱਤਰ ਅਸਥਾਨ ਹੈ। 24 ਘੰਟੇ ਗੁਰੂ ਮਹਾਰਾਜ ਜੀ ਦਾ ਇੱਥੇ ਵਾਸ ਹੈ ਤੇ ਮਨ ਦੀਆਂ ਹਰ ਮਨੋਕਾਮਨਾਵਾਂ ਸ਼ੁੱਧ ਜਿਹੜੀਆਂ ਅਸੀਂ ਮੰਗਦੇ ਹਾਂ, ਇੱਥੇ ਮੰਨਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ, ਸਭੇ ਪੂਰੀਆਂ ਹੁੰਦੀਆਂ ਨੇ। ਔਰ ਇਹ ਸਾਡਾ ਮੇਰਾ ਪਰਤਿਆਇਆ ਹੋਇਆ ਇਹ ਜਿਹੜਾ ਪੱਖ ਹੈ, ਕਿਉਂਕਿ ਮੈਂ ਪਰਤਿਆਇਆ ਇਸ ਚੀਜ਼ ਨੂੰ ਕਈ ਵਾਰੀ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਮਾਲਕ ਸੁਣਦਾ, ਨੇੜੇ ਹੋ ਗਏ, ਕਿਉਂਕਿ ਇੱਥੇ ਵਾਸ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ। ਇਸ ਧਰਤੀ ਨੂੰ ਭਾਗ ਲਾਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ। ਸੋ ਜਿਤਨੇ ਵੀ ਆਪ ਲੋਕ ਸੁਣ ਰਹੇ ਹੋ, ਜਿਤਨਿਆਂ ਨੇ ਦਰਸ਼ਨ ਕਰ ਲਏ ਦੁਨੀਆ ਦੇ ਲੋਗੋ, ਬੜੇ ਪਿਆਰ ਸਹਿਤ ਮੈਂ ਆਪ ਸਭਨਾਂ ਨੂੰ ਪੁਰਜੋਰ ਅਪੀਲ ਵੀ ਕਰਦਾ ਤੇ ਬੇਨਤੀ ਵੀ ਕਰਦਾ ਦੋਨੋਂ ਹੱਥ ਜੋੜ ਕੇ ਕਿ ਜਿਤਨੇ ਵੀ ਲੋਕਾਂ ਨੇ ਆਪ ਦਰਸ਼ਨ ਕੀਤੇ ਨੇ, ਮੁਬਾਰਕ ਹੈ। ਜਿਤਨੇ ਰਹਿ ਗਏ ਹੋ, ਸਮਾਂ ਬਹੁਤ ਬਲਵਾਨ ਹੈ, ਅੱਗੇ ਵਧ ਰਿਹਾ ਹੈ ਤੇ ਜਾਂਦੇ ਜਾਂਦੇ ਇਸ ਸਥਾਨ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਇੱਥੋਂ ਦੀ ਧੂੜੀ ਨੂੰ ਜ਼ਰੂਰ ਮਸਤਕ ਤੇ ਲਾਇਓ। ਜੀਵਨ ਸਫਲਾ ਹੋ ਜਾਏਗਾ, ਦੁਨੀਆ ਤੇ ਆਉਣਾ ਸਫਲ ਹੋ ਜਾਏਗਾ। ਔਰ ਜਿਤਨੇ ਆਪ ਸੁਣ ਰਹੇ ਹੋ, ਮੇਰੀ ਆਵਾਜ਼ ਸਭਨਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਬੜੇ ਮਿਹਨਤ ਦੇ ਨਾਲ ਬਣਾਇਆ ਗਿਆ ਤੇ ਆਪ ਇਗਨੋਰ ਨਹੀਂ ਕਰਨਾ। ਇਹ ਵੀਡੀਓ ਜਿਤਨੀ ਆਪ ਵੀ ਸਰਵਰ ਕਰਦੇ ਰਹੋ ਤੇ ਜਿਤਨੇ ਵੀ ਲੋਕਾਂ ਨੂੰ ਆਪ ਹੋਰ ਦੱਸੋਗੇ, ਇਹ ਸ਼ੇਅਰ ਕਰੋਗੇ, ਸੁਣਾਓਗੇ, ਉਤਨਾ ਹੀ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋਏਗਾ, ਤੁਹਾਡਾ ਭਲਾ ਹੋਏਗਾ। ਉਹਨਾਂ ਦੇ ਕੰਮ ਦੇ ਵਿੱਚ ਯੋਗਦਾਨ ਪਾਉਣਾ ਬਹੁਤ ਵੱਡਾ ਕਰਮ ਹੁੰਦਾ ਹੈ। ਕਰਮ ਬਣੋ ਆਪ। ਇਹ ਅੱਗੇ ਵੀ ਸਾਰਿਆਂ ਨੂੰ ਸ਼ੇਅਰ ਕਰਕੇ ਸਭਨਾਂ ਤੱਕ ਮਕਿੰਡੋ ਸਾਹਿਬ ਦਰਬਾਰ ਦੀ ਇਹ ਆਵਾਜ਼ ਹੈ ਜਿਹੜੀ ਪਹੁੰਚਾਉਣੀ ਕਰੋ। ਬੋਲਦਿਆਂ ਕੁਝ 10 ਪਾਸੋਂ ਗਲਤ ਬੋਲਿਆ ਗਿਆ ਹੋਵੇ ਜਾਂ ਕਿਸੇ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮਾਫੀ ਦਾ ਹੱਕਦਾਰ ਹੈ। ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਇੱਥੋਂ ਦੀ ਪ੍ਰਬੰਧਕ ਕਮੇਟੀ ਜੋ ਬਹੁਤ ਪਿਆਰ ਵਾਲੇ ਨੇ, ਕਿਉਂਕਿ ਮੈਂ ਤਕਰੀਬਨ 1 ਸਾਲ ਤੋਂ ਇੱਥੇ ਹਜ਼ੂਰੀ ਰਾਗੀ ਦੀ ਡਿਊਟੀ ਨਿਭਾ ਰਿਹਾ ਹਾਂ। ਪ੍ਰਬੰਧਕਾਂ ਦੀ ਕਿਰਪਾ ਅਨੁਸਾਰ ਇੱਥੋਂ ਦੇ ਪ੍ਰਬੰਧਕ ਬਹੁਤ ਪਿਆਰ ਵਾਲੇ ਨੇ, ਸਭਨਾਂ ਦੇ ਨਾਲ ਪਿਆਰ ਕਰਨ ਵਾਲੇ। ਚੇਅਰਮੈਨ ਸਰਦਾਰ ਜਗਜੀਤ ਸਿੰਘ ਜੀ ਆਲੂਵਾਲੀਆ, ਟ੍ਰੇਜਰ ਸਰਦਾਰ ਨਰਮਲ ਸਿੰਘ ਜੀ ਬੱਸੀ ਢਿੱਲੋਂ ਸਾਹਿਬ, ਪ੍ਰੈਸੀ ਸਾਹਿਬ, ਹਰਜੀਤ ਸਿੰਘ ਜੀ ਕੈਦ, ਹੋਰ ਵੀ ਜਿਤਨੇ ਹੈਗੇ ਮੈਂ ਸਾਰਿਆਂ ਦੇ ਨਾਮ ਨਹੀਂ ਜਾਣਦਾ। ਸਾਰੇ ਸਤਿਕਾਰਯੋਗ ਨੇ ਔਰ ਗੁਰੂ ਘਰ ਦੇ ਵਿੱਚ ਆਪਣਾ ਸੇਵਾ ਕਰਨ ਦਾ ਹਿੱਸਾ ਪਾ ਕੇ ਇਸ ਨੂੰ ਬੁਲੰਦੀਆਂ ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਆਪ ਸਾਰੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ, ਕਿਉਂਕਿ ਦੁਨੀਆ ਤੇ ਸਾਡਾ ਆਉਣਾ ਗੁਰੂ ਦਰਸ਼ਨਾਂ ਕਰਕੇ, ਗੁਰੂ ਦੇ ਲੜ ਲੱਗਣਾ ਹੀ ਹੈ। ਸੋ ਆਪ ਬੇਨਤੀ ਪ੍ਰਵਾਨ ਕਰਨੀ, ਦਾਸ ਵੱਲੋਂ ਹੋਈਆਂ ਭੁੱਲਾਂ ਦੀ ਬਖਸ਼ਿਸ਼। ਦਾਸ ਖਾਲਸਾ ਭਾਈ ਲਖਵਿੰਦਰ ਸਿੰਘ ਲੱਖਾ, ਸਲੇਮਪੁਰ,
ਆਪ ਸਭਨਾਂ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਸੁਣ ਕੇ ਸਾਹਿਬ ਪ੍ਰਾਪਤ ਕੀਤੀ। ਅੱਗੇ ਵੀ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।